ਸਟਾਰਟ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਗੁੱਡ ਈਵਨਿੰਗ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਲੈ ਕੇ ਆਪਣਾ ਟਾਕ ਸ਼ੋ। ਮੈਂ ਸ਼ੈਫ ਮਨਦੀਪ ਤੇ ਮੇਰੇ ਅਦਾਕਾਰਾਂ ਦੇ ਸਵਾਲ। ਕੱਲ੍ਹ ਦਾ ਟੌਪਿਕ ਜਿਵੇਂ ਸਾਡਾ ਸੀ ਅਭਿਨੈ ਦੇ 4 ਅੰਗਾਂ ਬਾਰੇ। ਅੱਜ ਅਸੀਂ ਗੱਲ ਕਰਾਂਗੇ ਇਹਨਾਂ 'ਚੋਂ ਪਹਿਲੀ ਵੰਨਗੀ ਜਾਂ ਪਹਿਲਾ ਅੰਗ ਜਿਹਨੂੰ ਅਸੀਂ ਆਂਗਿਕ ਕਹਿੰਦੇ ਹਾਂ, ਬੋਡੀ ਲੈਂਗੁਏਜ ਜਾਂ ਬੋਡੀ ਥੀਏਟਰ। ਸੋ ਅੱਜ ਦਾ ਟੌਪਿਕ ਰਹੇਗਾ ਆਂਗਿਕ ਅਭਿਨੈ ਜਾਂ ਰੋਲ ਆਫ ਬੋਡੀ ਇਨ ਥੀਏਟਰ ਯੂਜ਼ਿੰਗ ਆਫ ਜੈਸਚਰ, ਪੋਸਚਰਸ ਐਂਡ ਡਿਫਰੈਂਟ ਸਿੰਬਲਸ। ਜੀ ਤੁਸੀਂ ਦੱਸੋ ਸਰ, ਬੋਡੀ ਲੈਂਗੁਏਜ ਦੇ ਬਾਰੇ ਥੋੜਾ ਜਿਹਾ ਦੱਸਿਆ ਜਾਵੇ। ਬੋਡੀ ਲੈਂਗੁਏਜ ਦਰਅਸਲ 2 ਸ਼ਬਦਾਂ ਨੂੰ ਜੋੜ ਕੇ ਬਣੀ ਹੈ, ਬੋਡੀ ਔਰ ਲੈਂਗੁਏਜ। ਤੁਹਾਡੇ ਸਰੀਰ ਦੇ ਥਰੂ ਤੁਸੀਂ ਕਈ ਚੀਜ਼ਾਂ ਕਹਿੰਦੇ ਹੋ, ਜਿਵੇਂ ਇੱਕ ਛੋਟਾ ਬੱਚਾ ਹੈ, ਉਹ ਮਾਂ ਦੀ ਗੋਦੀ 'ਚ ਹੁੰਦਾ ਤੇ ਉਹ ਨਹੀਂ ਬੋਲਦਾ, ਪਰ ਫਿਰ ਵੀ ਸਾਨੂੰ ਪਤਾ ਲੱਗਦਾ ਕਿ ਉਹ ਤਕਲੀਫ 'ਚ ਹੈ, ਉਹ ਖੁਸ਼ ਹੈ, ਉਹ ਰੋਣਾ ਚਾਹੁੰਦਾ, ਉਹ ਹੱਸ ਰਿਹਾ ਹੈ, ਜਾਂ ਉਹਨੂੰ ਕੋਈ ਪ੍ਰੋਬਲਮ ਹੈ, ਉਹਨੂੰ ਭੁੱਖ ਲੱਗੀ ਹੈ। ਜਸਟ ਬਿਕਾਜ਼ ਆਫ ਦ ਬੋਡੀ। ਤੁਹਾਡੇ ਸੱਟ ਲੱਗਦੀ ਹੈ, ਤੁਹਾਡੇ ਸਰੀਰ ਨੂੰ ਪਹਿਲਾਂ ਪਤਾ ਲੱਗਦਾ, ਆਵਾਜ਼ ਬਾਅਦ 'ਚ ਪ੍ਰੋਡਿਊਸ ਹੁੰਦੀ ਹੈ। ਤੁਸੀਂ ਸਰੀਰ ਨੂੰ ਇਸਤੇਮਾਲ ਕਰਦੇ ਹੋ। ਸਪੋਜ਼ਿੰਗਲੀ ਅਗਰ ਕੋਈ ਤੁਹਾਨੂੰ ਮਾਰ ਰਿਹਾ ਤਾਂ ਤੁਹਾਡੇ ਹਟਣ ਦੀ ਬਜਾਏ ਤੁਹਾਡਾ ਹੱਥ ਅੱਗੇ ਆਉਂਦਾ, ਨੋ ਮੈਟਰ ਕਿ ਸਾਹਮਣੇ ਵਾਲਾ ਭਾਵੇਂ ਤੁਹਾਡੇ ਡਾਂਗ ਮਾਰ ਰਿਹਾ ਹੋਵੇ, ਤੁਹਾਡਾ ਹੱਥ ਨੈਚੁਰਲੀ ਉੱਪਰ ਆ ਜਾਂਦਾ। ਇਹਦਾ ਕਾਰਨ ਕੀ ਹੈ? ਕਿ ਤੁਹਾਡਾ ਸਰੀਰ ਰਿਸਪੌਂਡ ਕਰਦਾ। ਇਹੀ ਚੀਜ਼ ਜਿਹੜੀ ਹੈ, this could be considered as a gesture, a posture or a body language. Defined body language ਦੀ ਗੱਲ ਕਰੀਏ ਤਾਂ this is basically a language that is meant for deafs and dumbs. ਗੂੰਗੇ ਔਰ ਬਹਿਰੇ ਲੋਕਾਂ ਵਾਸਤੇ ਜਿਹੜੀ ਇੱਕ ਪਾਰਟੀਕੂਲਰ ਲੈਂਗੁਏਜ ਆਫ ਸਿੰਬਲ ਬਣੀ ਹੈ, ਉਹ ਔਰ ਬੋਡੀ ਲੈਂਗੁਏਜ ਦੋਵੇਂ ਅਲੱਗ-ਅਲੱਗ ਚੀਜ਼ਾਂ ਨੇ। ਦੇ ਆਰ ਨਾਟ ਕਾਮਨ ਥਿੰਗ। ਸਿੰਬਲ ਲੈਂਗੁਏਜ ਇਜ਼ ਸਮਥਿੰਗ ਡਿਫਰੈਂਟ, ਜਿਹਦੇ ਅੰਦਰ ਅਸੀਂ ਆਪਣੇ ਹੱਥਾਂ ਨੂੰ, ਆਪਣੇ ਪੈਰਾਂ ਨੂੰ ਅਲੱਗ-ਅਲੱਗ ਮੁਦਰਾਵਾਂ 'ਚ ਕਨਵਰਟ ਕਰਕੇ ਦੱਸਦੇ ਹਾਂ। ਫਿਰ ਜਦੋਂ ਅਸੀਂ ਬੋਡੀ ਲੈਂਗੁਏਜ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਹੁੰਦਾ ਕਿ ਸਾਡੇ ਆਪਣੇ ਸਰੀਰ ਦੀ ਉਹ ਜ਼ਬਾਨ ਜਿਹੜੀ ਅਸੀਂ ਵੀ ਸਮਝਦੇ ਹਾਂ, ਲੋਕ ਵੀ ਸਮਝਦੇ ਨੇ। ਮੀਨ ਅਗਰ ਮੈਂ ਕੋਈ ਰਿਐਕਸ਼ਨ ਦੇ ਰਿਹਾ ਜਾਂ ਮੈਂ ਕੁਝ ਕਰ ਰਿਹਾ ਜਾਂ ਮੇਰੇ ਹੱਥ ਕਰੰਚ ਕਰ ਰਹੇ ਨੇ ਜਾਂ ਮੇਰਾ ਫੇਸ ਖਿੱਚ ਰਿਹਾ ਜਾਂ ਮੇਰੀ ਬੋਡੀ ਦੇ ਅੰਦਰ ਥੋੜ੍ਹਾ ਜਿਹਾ ਫੈਲਾਵ ਆ ਰਿਹਾ, ਤਾਂ ਇਹਦਾ ਮਤਲਬ ਅਲੱਗ-ਅਲੱਗ ਹੋ ਸਕਦਾ ਹੈ। ਸੋ ਥੀਏਟਰ ਦੇ ਵਿੱਚ ਆਪਾਂ ਕਿਵੇਂ ਯੂਜ਼ ਕਰਨਾ ਹੈ ਕਿ ਮਤਲਬ ਕਿ ਲਾਈਕ ਜਿਵੇਂ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਕਿ ਐਂਗਲ ਤੁਹਾਡੇ 45 ਡਿਗਰੀ ਹੋਣਾ ਚਾਹੀਦਾ ਹੈ, ਤੁਹਾਡੇ ਪੈਰਾਂ ਦਾ ਸਟਾਈਲ ਕੀ ਹੋਣਾ ਚਾਹੀਦਾ ਹੈ, ਤੁਹਾਡੇ ਫੇਸ ਐਕਸਪ੍ਰੈਸ਼ਨ ਕਿੱਦਾਂ ਹੋਣਾ, ਜਿਹਦੇ ਨਾਲ ਤੁਸੀਂ ਆਡੀਅנס 'ਚ ਬਣੇ ਰਹੋ। ਮੈਂ ਕਦੇ ਇਹ ਨਹੀਂ ਕਹਿੰਦਾ ਕਿ ਤੁਸੀਂ ਕੋਈ ਸਪੈਸੀਫਿਕ ਤਰੀਕਾ ਅਪਣਾਓ। ਇੱਕ ਨੈਚੁਰਲ ਟੈਂਡੈਂਸੀ ਹੈ, ਕਦੇ ਵੀ ਦੇਖ ਕੇ ਚੱਲਿਓ ਕਿ ਜਦੋਂ ਤੁਸੀਂ ਆਪਣੇ ਸੱਜੇ ਪਾਸੇ ਵੱਲ ਜਾਂਦੇ ਹੋ ਤਾਂ ਤੁਹਾਡਾ ਸੱਜਾ ਪੈਰ ਅੱਗੇ ਵੱਧਦਾ ਹੈ। ਅਗਰ ਤੁਸੀਂ ਕੈਮਰਾ ਇੱਧਰ ਨੂੰ ਫੋਕਸ ਕਰੋ, ਆਪਾਂ ਅਕੜਿੰਗ ਪਿੰਨ, ਮੈਂ ਅਗਰ ਇਹਨੂੰ ਸੱਜੇ ਹੱਥ 'ਚ ਫੜਾਵਾਂਗਾ ਤਾਂ ਇਹਦਾ ਖੱਬਾ ਹੱਥ ਅੱਗੇ ਆਏਗਾ, ਕਾਰਨ ਮੈਂ ਇਹਦੇ ਸੱਜੇ ਪਾਸੇ ਹਾਂ ਤੇ ਇਹ ਮੇਰੇ ਖੱਬੇ ਪਾਸੇ। ਸੋ ਇਟ ਇਜ਼ ਅ ਨਾਰਮਲ ਟੈਂਡੈਂਸੀ ਕਿ ਅਗਰ ਮੈਂ ਖੱਬੇ ਪਾਸੇ ਜਾਣਾ, ਮੇਰਾ ਖੱਬਾ ਪੈਰ ਅੱਗੇ ਆਊਗਾ, ਮੈਂ ਸੱਜੇ ਪਾਸੇ ਜਾਣਾ, ਮੇਰਾ ਸੱਜਾ ਪੈਰ ਅੱਗੇ ਆਊਗਾ। ਔਰ ਉਹਦਾ ਇੱਕ ਕਾਮਨ ਐਂਗਲ ਜਿਹੜਾ ਹੈ ਉਹ 45 ਡਿਗਰੀ ਹੈ, ਜਿਹਨੂੰ ਅਸੀਂ ਕਨਵੀਨੀਐਂਟ ਐਂਗਲ ਕਹਿੰਦੇ ਹਾਂ, ਔਰ ਇਹ ਨੈਚੁਰਲ ਹੈ। ਇਹਦੇ ਵਾਸਤੇ ਕੋਈ ਇਹ ਚੀਜ਼ ਨਹੀਂ ਹੈ ਮੈਂ 90 ਡਿਗਰੀ 'ਤੇ ਹਾਂ, ਮੇਰਾ ਪੈਰ ਐਗਜ਼ੈਕਟਲੀ 90 ਤੋਂ ਹਾਫ ਦੇ ਕੋਣ 'ਚ ਆ ਜਾਏਗਾ ਆਟੋਮੈਟਿਕਲੀ, ਔਰ ਇਹ ਨੈਚੁਰਲ ਹੈ। ਕੋਈ ਇੰਨਾ ਸੋਚਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਅਸੀਂ ਆਹ ਕਰਨਾ। 45 ਡਿਗਰੀ ਇਜ਼ ਅ ਕੰਫਰਟੇਬਲ ਐਂਗਲ ਫੋਰ ਯੂਰ ਵਿਜ਼ਨ ਆਲਸੋ, ਕਿਉਂਕਿ ਜਦੋਂ ਮੈਂ 45 ਡਿਗਰੀ ਦੇ ਐਂਗਲ 'ਤੇ, ਜਿਵੇਂ ਮੈਂ ਹੁਣ 90 'ਤੇ ਬੈਠਾ, ਅਗਰ ਮੈਂ 45 ਡਿਗਰੀ ਤੱਕ ਹੈਗਾ ਤਾਂ ਮੇਰਾ ਫੇਸ ਤੁਹਾਡੇ ਵੱਲ ਰਹੇਗਾ, ਪਰ ਅਗਰ ਮੈਂ ਇਸ ਤੋਂ ਜ਼ਿਆਦਾ ਘੁੰਮ ਜਾਂਦਾ ਤਾਂ ਮੇਰਾ ਫੇਸ ਗੁੰਮ ਹੋ ਜਾਏਗਾ, ਮੇਰਾ ਪ੍ਰੋਫਾਈਲ ਨਜ਼ਰ ਨਹੀਂ ਆਏਗਾ ਤੁਹਾਨੂੰ। ਸੋ ਇਸ ਐਂਗਲ ਤੱਕ ਮੇਰਾ ਫੇਸ, ਮੇਰਾ ਪ੍ਰੋਫਾਈਲ ਬਿਲਕੁਲ ਵਿਜ਼ੀਬਲ ਹੋਏਗਾ। ਦੈਟਸ ਦ ਰੀਜ਼ਨ ਕਿ 45 ਡਿਗਰੀ ਦਾ ਐਂਗਲ ਜਿਹੜਾ ਹੈ ਉਹ ਕਨਵੀਨੀਐਂਟ ਬਣਿਆ ਜਾਂਦਾ, ਕਿਉਂਕਿ 45 ਡਿਗਰੀ ਦੇ ਐਂਗਲ ਤੱਕ ਤੁਸੀਂ ਪਲੱਸ ਜਾਂ ਮਾਈਨਸ ਆਡੀਅנס ਦੇ ਵਿਜ਼ਨ 'ਚ ਰਹਿੰਦੇ। ਮੀਨਸ ਇਹ ਇਸ ਜਗ੍ਹਾ ਤੱਕ ਗਰਦਨ ਕਨਵੀਨੀਐਂਟ ਹੈ। ਇਸ ਤੋਂ ਜ਼ਿਆਦਾ ਅਗਰ ਜਾਏਗੀ, ਮਤਲਬ ਇਸ ਜਗ੍ਹਾ ਤੋਂ ਜ਼ਿਆਦਾ ਇੱਧਰ ਜਾਏਗੀ ਤਾਂ ਉਹਦਾ ਵਿਜ਼ਨ ਰੁਕ ਜਾਏਗਾ। ਇਸ ਕਰਕੇ 45 ਡਿਗਰੀ ਦਾ ਐਂਗਲ ਹੈ। ਸਰ, ਇਹ
ਮੇਰਾ ਨੈਕਸਟ ਕੁਐਸਚਨ ਇਹ ਹੈ ਕਿ ਵੀ ਜਦੋਂ ਆਪਾਂ ਰਿਐਕਟ ਕਰਦੇ ਹਾਂ, ਜਦੋਂ ਇੱਕ ਪਲੇ ਹੋ ਰਿਹਾ ਹੈ, ਸਟੇਜ ਪ੍ਰੋਗਰਾਮ ਤੇ ਖੜੇ ਹਾਂ, ਆਪਾਂ ਥੀਏਟਰ ਕਰ ਰਹੇ ਹਾਂ, ਕਈ ਵਾਰ ਕੀ ਹੁੰਦਾ ਸਾਡੇ ਸੀਨ ਹੁੰਦਾ ਨਹੀਂ, ਠੀਕ ਹੈ ਜੀ, ਆਪਾਂ ਸਾਇਲੈਂਟ ਹੈ, ਆਪਾਂ ਦੂਸਰੇ ਨੂੰ ਸੁਣਨਾ ਹੈ, ਲੇਕਿਨ ਔਨ ਦਾ ਕੰਟਰੇਰੀ ਆਪਾਂ ਰਿਐਕਟ ਵੀ ਕਰਨਾ ਹੈ, ਸਾਡੇ ਰਿਐਕਸ਼ਨ ਨਜ਼ਰ ਆਵੇ ਤਾਂ ਕਿ ਅਸੀਂ ਡੈਡ ਨਾ ਹੋ ਜਾਈਏ ਸਟੇਜ ਤੇ, ਠੀਕ ਹੈ ਜੀ। ਉਹ ਰਿਐਕਸ਼ਨ ਦੇਣ ਦਾ ਮਤਲਬ ਕਿ ਕੀ ਤਰੀਕਾ ਆਮ ਤੌਰ ਤੇ, ਜੇ ਤੁਸੀਂ ਥੀਏਟਰ ਦੇ ਹਿਸਾਬ ਨਾਲ ਸਮਝਾ ਸਕੋ ਜੀ। ਮੈਂ ਥੀਏਟਰ ਕੀ ਮੈਂ ਜਨਰਲ ਸਮਝਾ ਦਿੰਦਾ। ਘਰੇ ਤੁਸੀਂ ਕੱਪ ਧੋ ਰਹੇ ਹੋ, ਗੱਲਾਂ ਕਰ ਰਹੇ ਹੋ, ਤੁਸੀਂ ਕੁਝ ਨਹੀਂ ਕਰ ਰਹੇ, ਤੁਸੀਂ ਸਿਰਫ ਸਿੰਪਲੀ ਕੱਪ ਧੋ ਰਹੇ ਹੋ ਔਰ ਗੱਲਾਂ ਕਰ ਰਹੇ ਹੋ, ਤੁਹਾਡੇ ਨਾਲ ਤੁਹਾਡਾ ਕੋਈ ਫਰੈਂਡ ਖੜਾ ਹੈ, ਤੁਸੀਂ ਆਲ ਆਫ ਸਡਨ ਗੱਲ ਕਰਦੇ ਕਰਦੇ ਤੁਹਾਡਾ ਹੱਥ ਲੱਗਦਾ ਹੈ ਤੇ ਉਹ ਕੱਪ ਜਿਹੜਾ ਤੁਸੀਂ ਧੋ ਕੇ ਰੱਖਿਆ ਉਹ ਨੀਚੇ ਗਿਰਦਾ। ਇਟ ਇਜ਼ ਅ ਨੈਚੁਰਲ ਟੈਂਡੈਂਸੀ ਕਿ ਉਹ ਜਿਹੜਾ ਬੰਦਾ ਤੁਹਾਡੇ ਨੇੜੇ ਖੜਾ ਰਿਐਕਟ ਉਹ ਵੀ ਕਰੂਗਾ, ਭਾਵੇਂ ਉਹ ਦੂਰ ਖੜਾ, ਭਾਵੇਂ ਉਹ ਤੁਹਾਡੇ ਤੋਂ ਦੂਰ ਖੜਾ, ਉਸ ਝਟਕੇ ਦੇ ਨਾਲ ਉਹ ਵੀ ਹਿੱਲੇਗਾ। ਰੀਜ਼ਨ ਕੀ ਹੈ ਕਿ ਇਹ ਇੱਕ ਕਾਮਨ ਟੈਂਡੈਂਸੀ ਹੈ, ਤੇ ਜੇ ਇਹ ਕਾਮਨ ਟੈਂਡੈਂਸੀ ਹੈ ਤਾਂ ਸਿਰਫ ਔਰ ਸਿਰਫ ਥੱਲੇ ਕਿਉਂ, ਸਟੇਜ ਤੇ ਕਿਉਂ? ਅਗਰ ਤੁਸੀਂ ਰਿਐਕਟ ਹੀ ਨਹੀਂ ਕਰ ਰਹੇ, ਤਿੰਨ ਤਰ੍ਹਾਂ ਦੇ ਅਸੀਂ ਇਹਨੂੰ ਡਿਵਾਈਡ ਕਰ ਲੈਂਦੇ ਹਾਂ, ਐਕਟਿਵ, ਰਿਐਕਟਿਵ ਔਰ ਪ੍ਰੋਐਕਟਿਵ। ਐਕਟਿਵ ਔਰ ਪ੍ਰੋਐਕਟਿਵ ਇਹ ਦੋ ਆਰਟਿਸਟ ਇਦਾਂ ਦੇ ਹੁੰਦੇ ਨੇ ਜਿਹੜੇ ਹਮੇਸ਼ਾ ਜਾਂ ਤਾਂ ਤੁਹਾਨੂੰ ਬਿਲਕੁਲ ਜੱਜ ਨਹੀਂ ਹੋਣ ਦਿੰਦੇ, ਉਹ ਬਿਲਕੁਲ ਬਲੈਂਕ ਫੇਸ ਰਹਿਣਗੇ। ਡਾਇਲੋਗ ਆਊਗਾ, ਜਿਵੇਂ ਮੈਂ ਇੱਥੇ ਬੈਠਾ, ਫੋਰ ਐਗਜ਼ਾਮਪਲ ਉਹਨਾਂ ਦਾ ਡਾਇਲੋਗ ਹੈਗਾ ਕਿ ਚੱਲ ਤੂੰ ਘਰ ਜਾ, ਚੱਲ ਤੂੰ ਘਰ ਜਾ, ਅਚਾਨਕ ਯਾਦ ਆਇਆ। ਪ੍ਰੋਐਕਟਿਵ ਪਹਿਲਾਂ ਹੀ, ਹਾਲੇ ਉਸ ਬੰਦੇ ਨੇ ਡਾਇਲੋਗ ਨਹੀਂ ਬੋਲਿਆ, ਉਸ ਤੋਂ ਪਹਿਲਾਂ ਹੀ ਰਿਐਕਸ਼ਨਸ ਨੇ, ਉਹਦਾ ਡਾਇਲੋਗ ਸ਼ੁਰੂ ਹੋਣ ਤੋਂ ਪਹਿਲਾਂ ਹੀ, ਉਹ ਖਤਮ ਹੋਣ ਤੋਂ ਪਹਿਲਾਂ ਕਹੇਗਾ ਤੂੰ ਘਰ ਜਾ, ਉਹਦੀ ਗੱਲ ਦੀ ਵੈਲਿਊ ਖਤਮ ਹੋ ਗਈ, ਬਿਕੋਜ਼ ਹੀ ਇਜ਼ ਪ੍ਰੋਐਕਟਿਵ। ਤੀਸਰੇ ਨੰਬਰ ਤੇ ਜਿਹੜਾ ਆ ਜਾਂਦਾ ਉਹ ਰਿਐਕਟਿਵ ਹੈ, ਉਹ ਤੁਹਾਡੀ ਹਰ ਗੱਲ ਨੂੰ ਸੁਣ ਰਿਹਾ ਔਰ ਉਹਦੇ ਤੇ ਰਿਐਕਟ ਕਰ ਰਿਹਾ। ਅਗਰ ਉਹ ਰਿਐਕਟ ਨਹੀਂ ਕਰੇਗਾ ਤਾਂ ਤੁਸੀਂ ਆਪਣੇ ਆਪ ਨੂੰ ਚਾਰਜ ਨਹੀਂ ਕਰ ਸਕਦੇ। ਇਟ ਇਜ਼ ਅ ਟੂ ਵੇ ਗੇਮ। ਲਾਈਕ ਅਗਰ ਮੈਂ ਇਹ ਹੱਥ ਇੱਦਾਂ ਰੱਖਿਆ ਤਾਂ ਮੈਨੂੰ ਪਤਾ ਇਹ ਹੱਥ ਪੁੱਠਾ ਹੈ, ਅਗਰ ਮੈਂ ਇਹਨੂੰ ਇੱਧਰ ਘੁਮਾਵਾਂਗਾ ਤਾਂ ਇਹ ਸਿੱਧਾ ਹੋਏਗਾ। ਇਟ ਇਜ਼ ਐਨ ਐਕਸ਼ਨ ਐਂਡ ਰਿਐਕਸ਼ਨ। ਸਿੰਪਲੀ ਮੈਂ ਅਗਰ ਇਹਨੂੰ ਘੁਮਾ ਰਿਹਾ ਇਹ ਪੁੱਠਾ ਸਿੱਧਾ ਹੋਏਗਾ ਜੀ। ਇਹ ਤਾਂ ਹੈ ਨਹੀਂ ਕਿ ਅਗਰ ਮੈਂ ਇਹ ਚਾਹਾਂ ਕਿ ਇਸ ਹੱਥ ਦੀ ਇਹੀ ਸਾਈਡ ਜਿੰਨੀ ਵਾਰ ਮੈਂ ਮਰਜ਼ੀ ਘੁਮਾਵਾਂ ਇੱਧਰ ਰਹੇ, ਇਹ ਪੋਸੀਬਲ ਨਹੀਂ ਹੈ। ਨਹੀਂ, ਕਿਉਂ ਪੋਸੀਬਲ ਨਹੀਂ ਹੈ? ਕਿਉਂਕਿ ਇਸ ਹੱਥ ਦਾ ਐਕਸ਼ਨ ਇਹ ਹੋਏਗਾ ਤਾਂ ਰਿਐਕਸ਼ਨ ਇਹ ਹੋਏਗਾ। ਸਿਮਿਲਰਲੀ ਜਦੋਂ ਅਸੀਂ ਬਾਲ ਨੂੰ ਉੱਪਰ ਸੁੱਟਦੇ ਹਾਂ ਉਹ ਇੱਕ ਐਕਸ਼ਨ ਹੈ, ਪਰ ਉਹ ਬਾਲ ਥੱਲੇ ਆਉਂਦੀ ਉਹ ਰਿਐਕਸ਼ਨ ਹੈ। ਦੀਵਾਰ ਤੇ ਮਾਰਦੇ ਉਹ ਐਕਸ਼ਨ ਹੈ, ਵਾਪਸ ਆਉਂਦੀ ਉਹ ਰਿਐਕਸ਼ਨ ਹੈ। ਐਵੇਂ ਹੀ ਗੱਲ ਹੈ। ਔਰ ਪੰਜਾਬੀਆਂ 'ਚ ਤਾਂ ਗੱਲ ਫੇਮਸ ਹੈ, ਤੁਸੀਂ ਗਾਲ ਕੱਢ ਕੇ ਦੇਖ ਲਓ ਰਿਐਕਸ਼ਨ ਇੱਕਦਮ ਮਿਲ ਜਾਏਗਾ। ਸੋ ਐਕਸ਼ਨ ਦਾ ਰਿਐਕਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅਗਰ ਤੁਸੀਂ ਰਿਐਕਟ ਨਹੀਂ ਕਰ ਰਹੇ, ਯੂ ਆਰ ਸਿੰਪਲੀ ਅ ਡੈਡ ਆਰਟਿਸਟ। ਡੈਡ ਆਰਟਿਸਟ ਕਿਸ ਤਰ੍ਹਾਂ? ਕਿਉਂਕਿ ਤੁਸੀਂ ਉਸ ਚੀਜ਼ ਦੇ ਉੱਤੇ ਕੋਈ ਰਿਐਕਟ ਨਹੀਂ ਕਰ ਰਹੇ, ਆਲ ਆਫ ਸਡਨ ਤੁਹਾਨੂੰ ਯਾਦ ਆਉਂਦਾ ਅੱਛਾ ਮੇਰਾ ਡਾਇਲੋਗ ਸੀ। ਐਂਡ ਇਟ ਹੈਪਨਸ ਐਟ ਮੋਸਟ ਆਫ ਦ ਥਿੰਗਸ। ਕਈ ਵਾਰ ਮੈਂ ਕਈ ਵੈਬ ਸੀਰੀਜ਼ ਦੇਖਦਾ ਜਾਂ ਕਈ ਵਾਰ ਕਦੇ ਕੋਈ ਸਟੇਜ ਸ਼ੋ ਵੀ ਦੇਖਦਾ, ਕਦੇ ਕੋਈ ਫਿਲਮ ਵੀ ਦੇਖ ਲੈਂਦਾ। ਸੌਰੀ ਮੈਂ ਜਿਹੜਾ ਰਿਐਕਸ਼ਨ ਦੇ ਰਿਹਾ ਉਹਦਾ ਕਾਰਨ ਹੈ ਮੱਛਰ। ਅਤੇ ਉਹ ਜਿਹੜਾ ਜਦੋਂ ਮੈਂ ਦੇਖਦਾ ਆਲ ਆਫ ਸਡਨ ਉਹਨੂੰ ਯਾਦ ਆਉਂਦਾ ਹੈ ਇਹਦਾ ਡਾਇਲੋਗ ਖਤਮ ਹੋ ਗਿਆ, ਅੱਛਾ ਹੁਣ ਮੇਰੀ ਵਾਰੀ ਹੈ। ਉਹ ਚਾਹੇ ਕੈਮਰੇ ਦੇ ਬਾਹਰੋਂ ਹੀ ਕਿਉਂ ਨਾ ਅੰਦਰ ਹੋਵੇ, ਫਰੇਮ 'ਚ ਐਂਟਰ ਹੋਵੇ, ਉਹ ਰਿਐਕਸ਼ਨ ਨਹੀਂ ਗ੍ਰਿਪ ਕਰ ਪਾਉਂਦਾ, ਉਹ ਐਕਟ ਕਰਦਾ। ਇਸ ਕਰਕੇ ਤੁਹਾਡੀ ਕਨੈਕਟੀਵਿਟੀ ਟੁੱਟਦੀ ਹੈ। ਔਰ ਇਹ ਬਹੁਤ ਜ਼ਰੂਰੀ ਹੈ, ਜਿੰਨੇ ਵੀ ਅੱਛੇ ਆਰਟਿਸਟ ਨੇ, ਚਾਹੇ ਉਹ ਫਿਲਮ ਆਰਟਿਸਟ ਹੋਣ, ਚਾਹੇ ਉਹ ਥੀਏਟਰ ਆਰਟਿਸਟ ਹੋਣ, ਉਹ ਇਹਦੀ ਪ੍ਰੈਕਟਿਸ ਜ਼ਰੂਰ ਕਰਦੇ ਨੇ, ਉਹ ਰਿਹਰਸਲਸ ਕਰਦੇ ਨੇ। ਦੇ ਟਰਾਈ ਟੂ ਫਾਈਂਡ ਆਊਟ ਵਟ ਵੁੱਡ ਬੀ ਮਾਈ ਰਿਐਕਸ਼ਨ।